84 ਦੇ ਅੰਦਰ ਮੇਰੀ ਜਿਹੜੀ ਯਾਦਾਸ਼ਤ ਹੈ ਮੈਂ ਜਾਣਦਾ ਉਹ ਹਾਲੇ ਤੱਕ ਮੈਨੂੰ ਗੂਸਬੰਪਸ ਦਿੰਦੀ ਹੈ ਬਿਕਾਜ਼ ਵੀ ਵਰ ਇਨ ਦਿੱਲੀ ਤੇ ਦਿੱਲੀ ਦੇ ਅੰਦਰ ਮੇਰੇ ਪੇਰੈਂਟਸ ਜਦੋਂ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਤੇ ਮੇਰੀ ਸਿਸਟਰ ਦੋਨਾਂ ਨੂੰ ਇੱਕ ਤਰੀਕੇ ਨਾਲ ਕੁਝ ਕਿਹਾ ਨਹੀਂ, ਬਸ ਗਲੇ ਲਾਇਆ ਤੇ ਮੇਰਾ ਜੂੜਾ ਖੋਲ ਕੇ ਮੇਰੇ ਪਿੱਛੇ ਉਹਨਾਂ ਨੇ ਇੱਕ ਪਲੈਟ ਬਣਾਤੀ ਐਜ਼ ਇਫ ਆਈ ਐਮ ਅ ਗਰਲ। ਦੈਟ ਵਾਸ ਸਮਥਿੰਗ ਦੈਟ ਆਈ ਡਿਡ ਨਾਟ ਅੰਡਰਸਟੈਂਡ ਐਟ ਦੈਟ ਪੁਆਇੰਟ। ਉਹਨੇ ਮੈਨੂੰ ਫਰੋਕ ਪਵਾਈ ਤੇ ਸਾਡੇ ਨੇਬਰਸ ਹੈਗੇ ਜੀ ਉਹਨਾਂ ਦੇ ਘਰ ਸਾਨੂੰ ਛੱਡ ਕੇ ਆ ਗਏ। ਆਈ ਵਾਜ਼ ਵੈਰੀ ਸਪੋਇਲਡ। ਵੀ हैड दैट सिल्वर स्पून कि अगर कोई चीज़ अगर मैं चाहता या कोई चीज़ मैं करना चाहता तो कर सकता सी उस वक्त। तो आई डिड नॉट नो what is मीनिंग ऑफ गेटिंग अ नो। आफ्टर 92 पोस्ट लिबरलाइजेशन एंड ग्लोबलाइजेशन और ਅਸੀਂ ਮਨਮੋਹਨ ਸਿੰਘ ਜੀ ਨੂੰ ਬਹੁਤ ਜ਼ਿਆਦਾ ਰਿਗਾਰਡ ਦਿੰਦੇ ਹਾਂ ਇਸ ਗੱਲ ਕਰਕੇ। ਜੀ ਉਹਦਾ ਇੰਪੈਕਟ ਕੀ ਹੋਇਆ? ਤੁਹਾਡਾ ਇਲੈਕਟ੍ਰੋਨਿਕਸ ਬਿਜ਼ਨਸ ਸੀ ਤਾਂ ਤੁਹਾਡੀ ਫੈਮਿਲੀਜ਼ ਤੇ ਕੀ ਇੰਪੈਕਟ ਹੁੰਦਾ ਹੋਵੇ? ਸਾਡੀ ਮੈਨੂਫੈਕਚਰਿੰਗ ਦਾ ਕੰਮ ਸੀ। So manufacturing came down very expensive to what we do. Mass production in China was already on a scale. The business went down when China came up. The electronics बहुत थले चला गया. So we lost a lot of money. We came down to a point जिथे अगली मील कित्थों आनी हो भी नहीं पता सी। Every job that I was taking care of after 5 p.m. I used to work for myself for till 3-4 a.m. It was a success story, rags to riches कि मैं 3 लाख 3.5 लाख दिरहम हर महीने कमाता सी। ਅੱਛਾ, ਤੁਹਾਡੀ ਇਸ ਐਕਸਪਰਟੀਜ਼ ਤੋਂ ਮੈਂ ਥੋੜਾ ਪੰਜਾਬ ਵੱਲ ਧਿਆਨ ਲੈ ਜਾਣਾ ਚਾਹੁੰਦਾ ਜੀ। ਸਾਡੇ ਕੋਲੇ ਦੁਨੀਆ ਦੇ ਬੈਸਟ ਲੈਂਡਸਕੇਪ ਹੈ, ਮੌਸਮ ਨੇ ਸਾਡੇ ਕੋਲ, 에ਅਰਪੋਰਟਸ ਨੇ, ਇਨਵੈਸਟਮੈਂਟ ਕਿਉਂ ਨਹੀਂ ਹੈ? ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਹਰਮੀਤ ਸਿੰਘ ਜੀ, ਪਹਿਲਾਂ ਤਾਂ ਤੁਹਾਡੀ ਜਰਨੀ ਕੀ ਰਹੀ ਹੈ? ਕਿੰਨੇ ਸਾਲ ਹੋ ਗਏ ਇੱਥੇ ਆਇਆ ਔਰ ਜਿੱਥੋਂ ਤੱਕ ਪਹੁੰਚੇ ਹੋ ਕੀ ਹਾਰਡਸ਼ਿਪਸ ਰਹੀਆਂ ਤੁਹਾਡੀਆਂ? ਮੈਨੂੰ ਉੱਥੇ ਆਏ ਜੀ 21 ਈਅਰਸ ਕੰਪਲੀਟ ਹੋ ਗਏ ਨੇ ਹੁਣ। ਹਾਰਡਸ਼ਿਪਸ ਤੇ ਬਥੇਰੀ ਰਹੀਆਂ ਤੇ ਚੀਜ਼ਾਂ ਜਿਹੜੀ ਇੱਕ ਮੁਸ਼ਕਿਲ ਨਾਲ ਮਿਲਦੀਆਂ ਉਹਦਾ ਤਾਂ ਬਹੁਤ ਅਹਿਸਾਸ ਵੀ ਹੁੰਦਾ। ਸੋ ਜਦੋਂ ਉੱਥੋਂ ਮੈਂ ਆਇਆ ਸੀ ਸੇ ਇੱਕ ਬਿਜ਼ਨਸ ਬੈਕਗਰਾਊਂਡ, ਬਿਜ਼ਨਸ ਫੈਮਿਲੀ ਤੋਂ ਬਿਲੋਂਗ ਕਰਦਾ ਮੈਂ, ਇੰਡੀਆ ਤੋਂ। ਉੱਥੇ ਹੀ ਮੇਰਾ ਅਪਬ੍ਰਿੰਗਿੰਗ ਹੋਇਆ। ਬਟ ਲੂਜ਼ਿੰਗ ਆਊਟ ਔਨ ਐਵਰੀਥਿੰਗ ਇੱਥੇ ਆਉਣ ਤੋਂ ਬਾਅਦ ਫਿਰ ਪਤਾ ਲੱਗਿਆ ਕਿ ਲਾਈਫ ਇਜ਼ ਨਾਟ ਅ ਫੇਰੀ ਟੇਲ। ਕਾਫੀ ਚੀਜ਼ਾਂ ਜਿਹੜੀ ਜ਼ਿੰਦਗੀ ਸਿਖਾਉਂਦੀ ਹੈ ਉਸ ਇੱਕ ਜਰਨੀ ਦੇ ਅੰਦਰ ਬਹੁਤ ਸਾਰੀ ਹਾਰਡਸ਼ਿਪਸ ਦੇਖੀਆਂ। ਮੇਰੀ ਫਸਟ ਟਾਈਮ ਜਿਹੜੀ ਇੱਕ ਓਪਰਚੁਨਿਟੀ ਜਿਹੜੀ ਮੇਰੀ ਹੈਗੀ ਸੀ ਕਿ ਲਾਈਕ ਆਈ ਹੈਵ ਟੂ ਵਰਕ, ਆਈ ਹੈਵ ਟੂ ਸਰਵਾਈਵ। ਸਰਵਾਈਵਲ ਵਾਜ਼ ਦੀ ਓਨਲੀ ਥਿੰਗ ਦੈਟ ਪ੍ਰੋਬਬਲੀ ਆਈ ਹੈਡ ਇਨ ਮਾਈ ਮਾਈਂਡ। ਉਹ ਸਰਵਾਈਵਲ ਕਰਕੇ ਇੱਥੇ ਆਇਆ ਤੇ ਕੁਝ ਪਤਾ ਨਹੀਂ ਸੀ ਕਿ ਕਰਨਾ ਕੀ ਹੈ ਬਿਕਾਜ਼ ਆਈ ਡਿਡ ਨਾਟ ਹੈਵ ਐਨੀ professional background. I had a business background. Then again, what I knew was just as another Punjabi ਜਿਹੜਾ ਇੱਕ ਬੱਚਾ ਹੁੰਦਾ ਹੈ ਕਿ ਥੋੜਾ ਜਿਹਾ ਕਿ ਵੀ ਆਪਣੇ ਫੈਮਿਲੀ ਬਿਜ਼ਨਸ ਅੰਦਰ ਹੀ ਜਾਏਗਾ, ਉਹਨੇ ਉੱਥੇ ਤੱਕ ਨੌਲੇਜ ਹੈਗੀ ਸੀ ਮੇਰੀ। ਇੰਡੀਆ 'ਚ ਕਿੱਥੇ ਤੁਹਾਡਾ ਪਰਿਵਾਰ ਰਹਿੰਦਾ ਸੀ? ਦਿੱਲੀ ਰਹਿੰਦੇ ਸੀ। ਦਿੱਲੀ ਜੀ। ਤੇ ਸਾਡਾ ਬਿਜ਼ਨਸ ਹੈਗਾ ਸੀ ਇਲੈਕਟ੍ਰੋਨਿਕਸ ਦੇ ਅੰਦਰ ਤੇ ਵੀ ਹੈਡ ਕੁਆਇਟ ਅ ਬਿਗ ਪਲੇਟਫਾਰਮ ਓਵਰ ਦੇਅਰ। ਬਟ ਉਹ ਚੀਜ਼ਾਂ ਜਦੋਂ ਖਤਮ ਹੋਈਆਂ, ਜਦੋਂ ਮਾਰਕੀਟ ਯੂ ਚੋਜ਼ ਨਾਟ ਟੂ ਕੰਟੀਨਿਊ ਦੈਟ, ਜੋ ਤੁਹਾਡੇ ਫੈਮਿਲੀ ਕਰਦੀ ਆ ਰਹੀ ਸੀ ਤੁਸੀਂ ਉਹ ਨਹੀਂ ਕੀਤਾ? ਉਹ ਸਾਡਾ ਬੈਕਫਾਇਰ ਹੋਇਆ ਜੀ। ਉੱਥੇ ਕਾਫੀ ਸਾਰੀ ਚੀਜ਼ਾਂ ਖਰਾਬ ਹੋਈਆਂ, ਬਿਜ਼ਨਸ ਲਾਸਿਸ ਦੇ ਅੰਦਰ ਗਿਆ ਐਂਡ ਟੂ ਅ ਪੁਆਇੰਟ ਕਿ ਵੀ ਵਰ ਐਫਲੂਐਂਸ਼ੀਅਲ। ਵੀ ਕੇਮ ਡਾਊਨ ਟੂ ਅ ਪੁਆਇੰਟ ਜਿੱਥੇ ਅਗਲੀ ਮੀਲ ਕਿੱਥੋਂ ਆਣੀ ਉਹ ਵੀ ਨਹੀਂ ਪਤਾ ਸੀ। ਤੇ ਉਹ ਇਹੋ ਜਿਹਾ ਵਕਤ ਦੇਖਣ ਤੋਂ ਬਾਅਦ ਇੱਕਦਮ ਇਟ ਵਾਜ਼ ਅ ਸ਼ੌਕ ਟੂ ਮੀ ਕਿ ਵੀ ਕਿੱਥੋਂ ਤੋਂ ਕਿੱਥੇ ਆ ਗਏ। ਦੈਟ ਵਾਜ਼ ਮਾਈ ਗਰੋਇੰਗ ਅਪ ਈਅਰਸ। ਉਸ ਵਕਤ ਪਰਿਵਾਰ ਨੇ 84 ਵੀ ਚੱਲਿਆ, ਉਦੋਂ ਵੀ ਹਾਲਾਤ ਖਰਾਬ ਹੋਏ ਤੁਹਾਡੀ ਫੈਮਿਲੀ? 84 ਚੱਲਿਆ। 84 ਦੇ ਅੰਦਰ ਮੇਰੀ ਜਿਹੜੀ ਯਾਦਾਸ਼ਤ ਹੈ ਮੈਂ ਜਾਣਦਾ ਉਹ ਹਾਲੇ ਤੱਕ ਮੈਨੂੰ ਗੂਸਬੰਪਸ ਦਿੰਦੀ ਹੈ ਬਿਕਾਜ਼ ਵੀ ਵਰ ਇਨ ਦਿੱਲੀ ਤੇ ਦਿੱਲੀ ਦੇ ਅੰਦਰ ਮੇਰੇ ਪੇਰੈਂਟਸ ਜਦੋਂ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਤੇ ਮੇਰੀ ਸਿਸਟਰ ਦੋਨਾਂ ਨੂੰ ਇੱਕ ਤਰੀਕੇ ਨਾਲ ਕੁਝ ਕਿਹਾ ਨਹੀਂ, ਬਸ ਗਲੇ ਲਾਇਆ ਤੇ ਸਾਨੂੰ ਕੁਝ ਸਮਝ ਨਹੀਂ ਸੀ ਸਕਦਾ। ਆਈ ਵਾਜ਼ ਜਸਟ 11 ਈਅਰਸ ਓਲਡ ਐਟ ਦੈਟ ਪੁਆਇੰਟ ਤੇ ਮੇਰਾ ਜੂੜਾ ਖੋਲ ਕੇ ਮੇਰੇ ਪਿੱਛੇ ਉਹਨਾਂ ਨੇ ਇੱਕ ਪਲੈਟ ਬਣਾਤੀ ਐਜ਼ ਇਫ ਆਈ ਐਮ ਅ ਗਰਲ। ਦੈਟ ਵਾਜ਼ ਸਮਥਿੰਗ ਦੈਟ ਆਈ ਡਿਡ ਨਾਟ ਅੰਡਰਸਟੈਂਡ ਐਟ ਦੈਟ ਪੁਆਇੰਟ। ਉਹਨੇ ਮੈਨੂੰ ਫਰੋਕ ਪਵਾਈ ਤੇ ਸਾਡੇ ਨੇਬਰਸ ਹੈਗੇ ਸੀ ਉਹਨਾਂ ਦੇ ਘਰ ਸਾਨੂੰ ਛੱਡ ਕੇ ਆ ਗਏ ਐਂਡ ਆਈ ਡਿਡ ਨਾਟ ਨੋ ਵਾਟ ਇਟ ਵਾਜ਼। ਉਸ ਤੋਂ ਬਾਅਦ ਮੈਂ ਦੇਖਿਆ ਦੇਰ ਵਾਜ਼ ਅ ਲੋਟ ਆਫ ਪੀਪਲ, ਕਾਫੀ ਲੋਕ ਹੈਗੇ ਸੀ ਬਟ ਸਾਡੇ ਜਿਹੜੇ ਨੇਬਰਸ ਹੈਗੇ ਸੀ ਉਹਨਾਂ ਨੇ ਇਸ ਚੀਜ਼ ਨੂੰ ਕਾਫੀ ਕੰਟਰੋਲ ਕੀਤਾ ਤੇ ਨੋ ਅਨਟੂਵਰਡ ਇੰਸੀਡੈਂਟ ਹੈਪਨ। ਬਟ ਨਾਓ ਮੈਂ ਜਦੋਂ ਹੁਣ ਸੋਚਦਾ ਤੇ ਉਸ ਚੀਜ਼ ਬਾਰੇ ਤੇ ਮੇਰੇ ਹਾਲੇ ਵੀ ਗੂਸਬੰਪਸ ਆਉਂਦੇ ਨੇ ਕਿ ਲਾਈਕ ਵਾਟ ਕੁਡ ਹੈਵ ਹੈਪਨ ਐਂਡ ਵੀ ਵਰ ਅਮੰਗਸਟ ਵੈਰੀ ਫਿਊ ਹੂ ਵਰ ਫੋਰਚੂਨੇਟ ਇਨਫ ਬਟ ਵਾਟ ਹੈਪਨ ਵਾਜ਼ ਨਾਟ ਰਾਈਟ ਐਂਡ ਵਾਟ ਹੈਪਨਡ ਦ ਵੇ ਦੈਟ ਇਟ ਹੈਪਨਡ ਇਟ ਵਾਜ਼ ਨਾਟ ਰਾਈਟ। ਐਂਡ ਅਗੇਨ innocent, being an innocent person, now I recall that it was something probably we
ਹਾਲੇ ਤੱਕ ਮੇਰੇ ਤੰਗ ਪੇਰੈਂਟਸ ਕਰਦੀ ਹੈ ਹੁਣ ਤੁਹਾਨੂੰ ਉਹ ਚੀਜ਼, ਪਰੇਸ਼ਾਨ ਕਰਦੀ ਹੈ ਜੋ ਤੁਹਾਡੀ ਜਿੰਨੀਆਂ ਮੈਮਰੀਜ਼ ਹੈ ਤੁਹਾਡੀਆਂ? ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ। ਇਟ ਹੈਜ਼ ਡੈਫੀਨਿਟਲੀ ਮੇਡ ਐਨ ਇੰਪੈਕਟ ਔਨ ਮਾਈ ਮਾਈਂਡ ਕਿ ਇਹੋ ਜਿਹੀ ਚੀਜ਼ ਜਦੋਂ ਆਉਂਦੀ ਹੈ ਇਨਸਾਨ ਮਤਲਬ ਯੂ ਗੈਟ ਟ੍ਰਿਗਰਡ। ਮੈਂ ਦੁਬਾਰਾ ਇਹੋ ਜਿਹੀ ਕੋਈ ਚੀਜ਼ ਦੇਖਾਂਗਾ ਸ਼ਾਇਦ ਮੈਂ ਟ੍ਰਿਗਰ ਹੋ ਜਾ, ਅਤੇ ਦੈਟ ਇਜ਼ ਵੇਅਰ ਪ੍ਰੋਬਬਲੀ ਇਟ ਬਿਕਮਸ ਅ ਮੈਂਟਲ ਬਲੌਕ ਫॉर ਯੂ ਕਿ ਇਹ ਕਿੱਦਾਂ ਹੋਇਆ ਹੈ, ਕਿਉਂ ਹੋਇਆ। ਬਟ ਜਦ ਤੁਸੀਂ ਜਾਣਦੇ ਹੋ ਉਸ ਬਾਰੇ ਤੇ ਇੱਕਦਮ ਤੁਹਾਡਾ ਬਿਲਕੁਲ ਖੂਨ ਜਿਹੜਾ ਨਾ ਉਹ ਉਸ ਤਰੀਕੇ ਨਾਲ ਹੋ ਜਾਂਦਾ ਕਿ ਵੀ ਇਹ ਕੀ ਹੋਇਆ, ਵਾਟ ਇਜ਼ ਇਟ, ਦਿਸ ਇਜ਼ ਨਾਟ ਰਾਈਟ। ਮਾਈ ਪੇਰੈਂਟਸ ਆਰ ਅਲਾਈਵ, ਬਾਬਾ ਜੀ ਦੀ ਬਹੁਤ ਬਹੁਤ ਕਿਰਪਾ ਹੈ ਅਤੇ ਨਥਿੰਗ ਹੈਪਨਡ ਅਨਟੂਵਰਡ ਟੂ ਅਸ। ਆਵਰ ਆਫਿਸਿਸ ਵਰ ਬਰਨਟ ਅੱਛਾ। ਐਂਡ ਕਾਫੀ ਚੀੜੀ ਚੀਜ਼ਾਂ ਸੀ, ਬਟ ਫਾਈਨੈਂਸ਼ੀਅਲ ਲਾਸ ਸੀ ਵੱਡਾ? ਫਾਈਨੈਂਸ਼ੀਅਲ ਲਾਸ ਹੈਗੇ ਸੀ, ਬਟ ਉਸ ਤੋਂ ਅਸੀਂ ਉੱਭਰ ਗਏ ਕਿਉਂਕਿ ਬਿਜ਼ਨਸ ਹੈਗਾ ਸੀ ਚੰਗਾ। ਬਟ ਇਨ 90s ਵੈਨ ਦ ਬਿਜ਼ਨਸ ਵੈਂਟ ਡਾਊਨ, ਵੈਨ ਚਾਈਨਾ ਕੇਮ ਅਪ, ਤਾਂ ਇਲੈਕਟ੍ਰੋਨਿਕਸ ਬਹੁਤ ਥੱਲੇ ਚਲਾ ਗਿਆ, ਸੋ ਵੀ ਲੋਸਟ ਅ ਲੋਟ ਆਫ ਮਨੀ ਐਟ ਦੈਟ। ਥੋੜਾ ਸਮਝਾਓ ਇਹ ਇਕਨੋਮਿਕਸ ਸਮਝਾਓ ਕਿ ਜਦੋਂ ਆਫਟਰ 92 ਪੋਸਟ ਲਿਬਰਲਾਈਜੇਸ਼ਨ ਐਂਡ ਗਲੋਬਲਾਈਜੇਸ਼ਨ, ਔਰ ਅਸੀਂ ਮਨਮੋਹਨ ਸਿੰਘ ਜੀ ਨੂੰ ਬਹੁਤ ਜ਼ਿਆਦਾ ਰਿਗਾਰਡ ਦਿੰਦੇ ਹਾਂ ਇਸ ਗੱਲ ਕਰਕੇ, ਜੀ ਉਹਦਾ ਇੰਪੈਕਟ ਕੀ ਹੋਇਆ? ਤੁਹਾਡਾ ਇਲੈਕਟ੍ਰੋਨਿਕਸ ਬਿਜ਼ਨਸ ਸੀ ਤਾਂ ਤੁਹਾਡੀ ਫੈਮਿਲੀਜ਼ ਤੇ ਕੀ ਇੰਪੈਕਟ ਹੁੰਦਾ ਉਹਦਾ? ਇੰਪੈਕਟ ਇਹ ਹੋਇਆ ਜੀ ਕਿ ਮਾਰਕੀਟ ਫਿਰ ਓਪਨ ਹੋ ਗਈ। ਓਪਨ ਹੋਣ ਨਾਲ ਕੰਪੀਟ ਤੁਸੀਂ ਨਹੀਂ ਕਰ ਸਕਦੇ ਹੋ, ਤੁਹਾਡੇ ਆਪਣੇ ਸਾਡੀ ਮੈਨੂਫੈਕਚਰਿੰਗ ਦਾ ਕੰਮ ਸੀ। So manufacturing came down very expensive to what we do. Mass production in China was already on a scale. ਤੇ ਜੋ ਚੀਜ਼ ਅਗਰ ਮੈਂ ਇੱਕ 10 ਦਿਰਹਮ ਦੀ ਦੇ ਰਿਹਾ and that is available for 4 dirhams, we cannot compete because that's ਤੁਸੀਂ ਕਾਸਟ ਆਫ ਪ੍ਰੋਡਕਸ਼ਨ ਨੂੰ ਥੱਲੇ ਨਹੀਂ ਲਿਆ ਪਾ ਰਹੇ ਸੀ। ਅਸੀਂ ਕੋਸ਼ਿਸ਼ ਚਾਈਨਾ ਦੀ ਉਸ ਕਾਸਟ ਆਫ ਪ੍ਰੋਡਕਸ਼ਨ ਦੀ ਵੈਲਿਊ ਨੂੰ ਮੈਚ ਨਹੀਂ ਕੀਤਾ, ਨਹੀਂ ਮੈਚ ਕਰ ਸਕਦੇ ਸੀ ਬਹੁਤ ਹਾਇਰ ਸੀ ਇੰਡੀਆ ਦੇ ਵਿੱਚ। higher in the sense what was raw material and materials that were available, they had a limitation towards what you can do as per my knowledge because my parents were running the business then. ਬਟ ਉਸ ਤੋਂ ਬਾਅਦ ਜਦੋਂ ਤੁਸੀਂ ਦੇਖਦੇ ਹੋ ਕਿ ਜੋ ਮਟੀਰੀਅਲਸ ਚਾਈਨਾ ਜਾਂ ਚਾਈਨਾ ਦੀ ਤਰਫੋਂ ਜਿਹੜੀ ਕੁਆਲਿਟੀ ਆ ਰਹੀ ਹੈ ਤੁਸੀਂ ਉਹਦੇ ਨਾਲ ਕੰਪੀਟ ਨਹੀਂ ਕਰ ਸਕਦੇ ਉਸ ਵਕਤ, ਐਂਡ ਦੈਟ ਵਾਸ ਦ ਟਾਈਮ ਦੈਟ ਵੀ ਸਟਾਰਟਡ ਗੋਇੰਗ ਇਨਟੂ ਲਾਸਸ ਐਂਡ ਵੀ ਲੋਸਟ ਐਵਰੀਥਿੰਗ। ਸੋ ਦੈਟ ਵਾਸ ਅ ਬੈਟਰ ਕੁਆਲਿਟੀ? ਚਾਈਨਾ ਵਧੀਆ ਕੁਆਲਿਟੀ ਭੇਜ ਰਿਹਾ ਸੀ? ਕਿਉਂਕਿ ਅੱਜ ਕੱਲ੍ਹ ਅਸੀਂ ਇਹ ਚਰਚਾ ਕਰਦੇ ਹਾਂ ਕਿ ਚਾਈਨੀਜ਼ ਕੁਆਲਿਟੀ ਬਹੁਤ ਪੂਅਰ ਕੁਆਲਿਟੀ ਹੈ ਫਿਨਿਸ਼ਿੰਗ ਦੇ ਉੱਤੇ, ਤੇ ਪਲੱਸ ਅ ਨਿਊ ਮਾਰਕੀਟ, ਇੱਕ ਨਿਊ ਮਾਰਕੀਟ ਜਿਹੜਾ ਲੱਭਦੀ ਹੈ ਤੁਹਾਨੂੰ, ਤੇ ਉਹਦੇ ਅੰਦਰ ਤੁਹਾਡਾ ਪ੍ਰਾਈਸ ਫੈਕਟਰ ਬਹੁਤ ਵੱਡਾ ਇੱਕ ਫੈਕਟਰ ਹੁੰਦਾ। ਤੇ ਜਦ ਤੱਕ ਇਹ ਤੁਸੀਂ ਰਿਅਲਾਈਜ਼ ਕਰੋ ਕਿ ਕੁਆਲਿਟੀ ਕੀ ਹੈ ਕੀ ਨਹੀਂ ਹੈ, on the look and feel, on the pricing factor, they definitely won the game on that one. That was a very big hit for our sector, electronics. मैं business अंदर हाले गया नहीं सी, I was just going in as an intern in my own premises, but when I realized it, it was too late for us. So 96. ਕਿ ਇਹ ਬਹੁਤ ਵੱਡਾ ਰੀਜ਼ਨ ਸੀਗਾ slowly and gradually ਤੁਹਾਡਾ business downfall ਦਾ? For us, yes, that part was a big responsible feature for us. ਜਦੋਂ ਤੁਸੀਂ ਕੰਪੀਟ ਨਹੀਂ ਕਰ ਸਕਦੇ ਹੋ, ਜਦ ਤੁਹਾਡਾ ਪ੍ਰੋਡਕਸ਼ਨ ਜਿਹੜਾ ਹੈ ਜਾਂ ਤੁਸੀਂ ਵਾਟ ਐਵਰ ਦੈਟ ਯੂ, ਬਿਕਾਜ਼ ਵੀ ਹੈਡ ਮੋਲਡਿੰਗ units as well. We used to come up with our own brand as well. We had our own brand. We had to manufacture. We had to have the supply all over Asia. And then when that stopped, when it came down to a point where probably we cannot compete, the money does not come back because it was all rotation. ਤੁਹਾਡਾ ਕ੍ਰੈਡਿਟ ਟਰਮਸ ਹੁੰਦੇ ਨੇ, ਸਾਰੀ ਜਿਹੜੀ ਚੀਜ਼ਾਂ ਹੁੰਦੀ ਉਹ ਪੈਸਾ ਤੁਹਾਡਾ ਵਾਪਸ ਨਹੀਂ ਆਉਂਦਾ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਕੰਮ ਬੰਦ ਕਰਦੇ ਹੋ ਤਾਂ ਟਾਈਮ ਲੱਗ ਜਾਂਦਾ ਹੈ, ਐਂਡ ਦੈਟ ਬਿਕੇਮ ਅ ਬਿਗ kind of a crash for us. So born with a silver spoon, ਤੁਸੀਂ ਮਾੜਾ ਵਕਤ ਨਹੀਂ ਦੇਖਿਆ ਸੀ, ਪਰ ਬਾਈ ਦਾ ਟਾਈਮ ਜਦੋਂ ਤੱਕ ਇਹ ਵਾਪਰਦਾ ਹੈ ਸਾਰਾ ਬਿਜ਼ਨਸ ਕਲੈਪਸ ਕਰਦਾ ਹੈ, ਤੁਹਾਡਾ ਮਾਈਂਡਸੈਟ ਕੀ ਸੀ ਐਜ਼ ਅ ਯੰਗਸਟਰ ਉਦੋਂ? I was very spoiled. I was in a mindset ਕਿ ਵੀ life is a fairy tale, ਕਿ ਜੋ ਵੀ ਪੇਰੈਂਟਸ ਕਰ ਰਹੇ ਨੇ, because we had that silver spoon ਕਿ ਅਗਰ ਕੋਈ ਚੀਜ਼ ਅਗਰ ਮੈਂ ਚਾਹੁੰਦਾ ਜਾਂ ਕੋਈ ਚੀਜ਼ ਮੈਂ ਕਰਨਾ ਚਾਹੁੰਦਾ ਤੇ ਕਰ ਸਕਦਾ ਸੀ ਉਸ ਵਕਤ। I did not know what is meaning of getting a no. That was a very different thing for me. It was not in my dictionary. So that was definitely ਬਹੁਤ ਜ਼ਿਆਦਾ ਹਾਰਡ ਹਿਟਿੰਗ ਸੀ ਮੇਰੇ ਵਾਸਤੇ। ਮੈਨੂੰ ਕਾਫੀ ਚੀਜ਼ਾਂ ਜਿਹੜੀ ਨਹੀਂ ਨੌਲੇਜ ਹੈਗੀ ਸੀ ਕਿ ਬਿਕਾਜ਼ ਯੂ ਆਰ ਬਿਨ ਇਨ ਅ ਵੇ ਯੂ ਕੰਟਰੋਲਡ, ਯੂ ਆਰ ਇਨ ਅ ਕੰਫਰਟ ਜ਼ੋਨ, ਬਟ ਕੰਫਰਟ ਜ਼ੋਨ ਤੋਂ ਬਾਹਰ ਆਉਣਾ ਬਹੁਤ ਡਿਫਿਕਲਟ ਹੁੰਦਾ। ਸੋ ਫਿਰ ਇੱਥੇ ਆ ਕੇ ਉਹ ਕੈਰੀ ਫਾਰਵਰਡ ਕਿਵੇਂ ਕੀਤਾ, ਮਾਈਂਡਸੈਟ ਚੇਂਜ ਕਿਵੇਂ ਲੈ ਕੇ ਆਏ? ਮਾਈਂਡਸੈਟ ਚੇਂਜ ਦੇਖੋ, ਬਹੁਤ ਸਾਰੀ ਚੀਜ਼ਾਂ ਆਈ ਬਿਲੀਵ, ਪਰਸਨਲੀ ਬਿਲੀਵ, ਜਦੋਂ ਤੁਸੀਂ ਕੋਈ ਚੀਜ਼ ਆਪਣੀ ਲਾਈਫ ਦੇ ਬਾਰੇ ਜਦ ਤੱਕ ਤੁਹਾਨੂੰ ਡਾਇਰੈਕਸ਼ਨ ਨਹੀਂ ਪਤਾ, then you are just going round in circles, loop ਦੇ ਅੰਦਰ ਰਹਿੰਦੇ ਹੋ। ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਲਾਈਕ ਯੂ ਹੈਵ ਟੂ ਕ੍ਰੀਏਟ ਸਮਥਿੰਗ ਦੈਟ ਪ੍ਰੋਬਬਲੀ ਯੂ ਹੈਵ ਗੋਟ ਨੋ ਅਦਰ ਚੋਇਸ, ਬਟ ਸਰਵਾਈਵਲ ਕਰਨਾ ਬਹੁਤ ਜ਼ਰੂਰੀ ਹੈ। ਬੰਦਾ ਡੁੱਬ ਰਿਹਾ ਹੁੰਦਾ ਤੇ ਹੱਥ ਪੈਰ 'ਤੇ ਮਾਰਦਾ ਹੈ, ਅਤੇ ਮੇਰਾ ਥੋੜ੍ਹਾ ਬਹੁਤ ਕੰਮ ਮੈਂ ਉੱਥੇ ਇੰਡੀਆ ਸ਼ੁਰੂ ਕੀਤਾ। that gave me a lot of confidence in hard work ਜੋ ਮੈਂ ਨਹੀਂ ਕਰ ਸਕਦਾ ਸੀ ਪਹਿਲੇ। ਅਤੇ ਉਸ ਸਮੇਂ ਮੈਂ ਇੱਕ ਕੋਲਡ ਸਟੋਰੇਜ ਦਾ ਕੰਮ ਸ਼ੁਰੂ ਕੀਤਾ, that started from a very small portion। 6 ਮਹੀਨੇ 8 ਮਹੀਨੇ ਖਾਰੀ ਬੌਲੀ ਤੋਂ ਲੈ ਕੇ ਹਰ ਜਗ੍ਹਾ ਮੈਂ ਗਿਆ, ਉੱਥੇ ਜਾ ਕੇ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਦੇ ਅੰਦਰ ਜਾਣਾ ਇੱਕ ਐਜ਼ ਅ ਨੌਨ देयर कम्युनिटी, इट वॉज डिफिकल्ट फॉर मी, बट देन अगेन 6-8 महीने बाद उन्हें देखा कि इन्नी मेहनत करता है,
ਉਹ ਸ਼ੁਰੂ ਹੋਇਆ, ਕ੍ਰੈਡੀਬਿਲਿਟੀ ਬਣਾਈ, ਕ੍ਰੈਡੀਬਿਲਿਟੀ ਨਾਲ ਥੋੜਾ ਕੰਮ ਸ਼ੁਰੂ ਹੋਇਆ ਐਂਡ ਇਟ ਵਾਸ ਗੋਇੰਗ ਇਨ ਦ ਰਾਈਟ ਜ਼ੋਨ। ਫਿਰ ਇੱਕ ਸਟੈਗਨੇਸ਼ਨ ਆ ਗਿਆ। then it was a point that मैं अपना decision लेता कि this is something that I need to just move past a point। मैं दुबई आया without thinking कि मैं की करना है। मेरे कोल जब मैं इत्थे आया सी ते I did not have much money, I had a family And ideas? I have always been creative। creativity has been something that probably comes naturally to me। ਤੇ ਮੈਂ ਜਦੋਂ ਆਪਣੀ ਤਰਫੋਂ ਮੇਰਾ ਨਜ਼ਰੀਆ has been different towards the fact you can see my brand name as well, Plan B, so I like to see what is the differentiation I can make that is a head turner। so creativity was there and I thought that कि मेरे कोल शायद एक है कि I'm a good salesperson। on that point I landed over here कि let me just probably just try my luck on a getting a job, which is the first for me because I've never taken a job, never taken orders from anyone। it was difficult when I landed over here। so out of all the rejections I had like everybody comes over on a visit visa, मैं आया, काफ़ी रिजेक्शन तो बाद एक बारी शायद मेरे अंदर ਦਾ थोड़ा एग्रेशन बाहर आ गया and that aggression got me my first job। so ਦੁਬਈ ਕਿੰਨਾ ਬਦਲਿਆ ਜਦੋਂ ਤੁਸੀਂ ਆਏ ਸੀ ਔਰ ਹੁਣ ਕਿੰਨਾ ਡਿਫਰੈਂਸ ਹੈ? 180, it has gone exactly into a progress। so how Dubai has progressed, I progressed। the fact ਕਿ ਮੈਨੂੰ opportunity ਮਿਲੀ और ਇੱਕ ਰਾਹ ਲੱਭਿਆ ਕਿ ਮਿਹਨਤ ਤੇ ਕ੍ਰੀਏਟੀਵਿਟੀ ਨੂੰ ਅਗਰ ਕੰਬਾਈਨ ਕੀਤਾ ਜਾਏ ਤੇ ਇੱਕ ਡਾਇਰੈਕਸ਼ਨ ਮਿਲ ਸਕਦੀ ਹੈ। ਯੂ ਅੰਡਰਸਟੈਂਡ ਦੈਟ ਰੀਜ਼ਨ ਬਹੁਤ ਇੰਪੋਰਟੈਂਟ ਹੁੰਦਾ ਲਾਈਫ ਦੇ ਅੰਦਰ। ਤੇ ਉਸ ਸਮੇਂ ਮੇਰਾ ਰੀਜ਼ਨ ਹੈਗਾ ਸੀ ਨਾਟ ਫॉर ਮਾਈ ਸੈਲਫ ਬਟ ਆਈ ਲੁਕਡ ਅਪਨ ਮਾਈ ਡਾਟਰਸ ਫੇਸ। ਤੇ ਉਸ ਸਮੇਂ ਇੱਕ ਜਜ਼ਬਾ ਸੀ ਕਿ ਲਾਈਕ ਆਈ ਹੈਵ ਟੂ ਪ੍ਰੋਵਾਈਡ ਹਰ ਵਿਦ ਵਾਟ ਸ਼ੀ ਡਿਜ਼ਰਵਸ ਟੂ ਬੀ ਐਂਡ ਆਈ ਵਰਕਡ 18 ਆਵਰਸ, ਨਾਟ ਈਵਨ ਜੋਕਿੰਗ 18 ਆਵਰਸ ਆਈ ਯੂਜ਼ ਟੂ ਵਰਕ ਐਵਰੀ ਡੇ। ਜੋ ਮੈਂ ਕੰਮ ਕਰਦਾ ਸੀ ਆਪਣਾ ਲੱਗਿਆ ਰਹਿੰਦਾ ਸੀ। ਮੇਰੀ ਪਹਿਲੀ ਜੌਬ ਡਾਲਰਸ ਦੇ ਅੰਦਰ $800 ਹੋਈ ਤੇ ਆਈ ਵਰਕ ਫॉर 10 months। 10 ਮਹੀਨੇ ਬਾਅਦ ਜਦੋਂ ਸੈਲਰੀ ਨਹੀਂ ਲੱਭੀ, ਕਮਿਸ਼ਨਸ ਨਹੀਂ ਲੱਭੀਆਂ ਤੇ ਆਈ ਰਿਜ਼ਾਈਨ ਫਰਮ ਦੇਅਰ। ਉਹ ਰਿਜ਼ਾਈਨ ਕੀਤਾ ਤੇ ਉਸ ਤੋਂ ਬਾਅਦ ਦੂਜੀ ਜੌਬ ਜਿਹੜੀ ਵੀ ਲੱਭੀ ਉਹਨਾਂ ਨੇ ਲਾਈਕ ਦੇਅਰ ਵਾਜ਼ ਅ ਨੋਰਮ ਓਵਰ ਹੇਅਰ ਕਿ ਅਗਰ ਤੁਸੀਂ ਜੌਬ ਛੱਡਦੇ ਹੋ ਤੁਹਾਡੇ ਤੇ 6 ਮਹੀਨੇ ਦਾ ਬੈਨ ਲੱਗਦਾ ਇੱਥੇ। ਉਸ ਟਾਈਮ ਦੀ ਗੱਲ ਹੈ। ਤੇ ਬਾਬਾ ਜੀ ਵਾਸ ਕਾਈਂਡ, ਆਈ ਗੋਟ ਅ ਜੌਬ ਇਨ ਫ੍ਰੀ ਜ਼ੋਨ। ਮੈਂ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਜੋ 10 ਮਹੀਨੇ ਮਿਹਨਤ ਕੀਤੀ ਸੀ ਦੈਟ ਕੇਮ ਬੈਕ ਟੂ ਮੀ ਇਨ ਮਲਟੀਫੋਲਡਸ। ਜਿਹੜੇ ਕਲਾਇੰਟ ਸੀ, ਜੋ ਵੀ ਸਾਰੀ ਚੀਜ਼ਾਂ ਮਾਰਕੀਟ ਬਣਾਈ ਸੀ, ਸਾਰੇ ਦੇ ਗੋਟ ਇਨ ਟੂ ਅ ਪੁਆਇੰਟ that they asked for me, where is Harmeek? Because the quality standards have gone down, creativity nahi hai, and they followed me। and from that point onwards the other job that I had, it was a different field। ਉਹਨਾਂ ਦੇ ਗੋਰੇ ਹੈਗੇ ਸੀ, ਉਹਨਾਂ ਨੇ ਮੈਨੂੰ ਕਿਹਾ ਹਰਮੀਕ if you want to work freelancing after our working hours we don't mind। ਤੇ 6 ਮਹੀਨੇ ਉੱਥੇ ਕੰਮ ਕਰਨ ਦੇ ਨਾਲ ਮੇਰੀ ਸੈਲਰੀ 13,000 ਹੋ ਗਈ ਦਿਰਹਮਸ। ਐਂਡ ਉਸ ਤੋਂ ਬਾਅਦ every job that I was taking care of after 5 PM I used to work for myself for till 3-4 AM। ਤੇ ਨੈਸ਼ਨਲ ਨਿਊਜ਼ਪੇਪਰ ਹੈਗਾ ਇੱਥੇ, ਉਹਨਾਂ ਨੇ ਵੀ ਕਵਰ ਕੀਤਾ ਕਿ ਇਟ ਵਾਜ਼ ਅ ਸਕਸੈਸ ਸਟੋਰੀ, ਰੈਕ ਸਟੋਰੀ ਜਿਸ ਕਿ ਮੈਂ 3 ਲੱਖ 3.5 ਲੱਖ ਦਿਰਹਮ ਹਰ ਮਹੀਨੇ ਕਮਾਉਂਦਾ ਸੀ। ਅੱਛਾ। 350,000 ਦਿਰਹਮ 6 ਮਹੀਨੇ ਬਾਅਦ, 8 ਮਹੀਨੇ ਬਾਅਦ then it was a very polite thank you to my employers because I cannot sail on 2 boats। and then Plan B was born। and then ਕਿੰਨੇ ਸਾਲ ਪਹਿਲੇ ਸ਼ੁਰੂ ਹੋਈ ਪਲਾਨ ਬੀ? 2004 ਦੇ ਅੰਦਰ ਇਹਦਾ ਇਨੀਸ਼ੀਏਟਿਵ ਹੋਇਆ ਸੀ ਜੀ। 2005 ਦੇ ਅੰਦਰ ਫੁੱਲੀ ਫਲੈਜਡ ਅਸੀਂ ਆ ਗਏ ਸੀ। so I worked from 2005 till 2006 I worked all by myself as a driver, as an accountant। so I was trading mostly, getting things done from outside and getting alignment। one man army for Plan B। one man army at the beginning ਕਿਉਂਕਿ ਉਸ ਸਮੇਂ ਜੋ ਕਰ ਰਿਹਾ ਸੀ ਉਹਦਾ ਇੱਕ ਨਸ਼ਾ ਵੀ ਸੀ, ਉਹਦਾ ਇੱਕ ਜਨੂਨ ਵੀ ਸੀ ਕਿ ਇਹ ਸਹੀ ਰਾਹ ਹੈਗਾ, ਚਲਦੇ ਜਾਓ। and at the end this credibility got me into one sector, then to the next sector, then to the next sector। and then people used to talk ਕਿ ਇੱਥੇ ਇੱਕ ਮਿਸਟਰ ਸਿੰਘ ਹੈਗੇ ਨੇ, ਜੇਕਰ ਉਹਨਾਂ ਨੇ ਕਹਿ ਦਿੱਤਾ ਤੇ ਉਹ ਚੀਜ਼ ਹੋ ਜਾਏਗੀ। ਐਂਡ ਦੈਟਸ ਵੇਅਰ ਆਈ ਇਨਕੈਸ਼ਡ ਔਨ ਮਾਈ ਕ੍ਰੈਡੀਬਿਲਿਟੀ। ਕਿਹੜੇ ਸੈਕਟਰਸ 'ਚੋਂ ਤੁਸੀਂ ਕੰਮ ਕਰ ਰਹੇ ਹੋ? ਤੁਸੀਂ ਮੈਨੂੰ ਦੱਸ ਰਹੇ ਸੀ ਸਪੋਰਟਸ ਲਈ ਤੁਸੀਂ ਕਰ ਰਹੇ ਹੋ, ਜੈਂਡਰ ਇਕੁਐਲਿਟੀ ਲਈ ਤੁਸੀਂ ਕੰਮ ਕਰ ਰਹੇ ਹੋ, ਪਲਾਨ ਬੀ ਤਾਂ ਆਲਰੇਡੀ ਹੈ। ਇਸ ਤੋਂ ਇਲਾਵਾ ਕਿਹੜੇ ਸੈਕਟਰਸ? ਇਨਵੈਸਟਮੈਂਟਸ ਐਂਡ ਟੂਰਿਜ਼ਮ। ਆਈ ਐਮ ਦੀ ਚੇਅਰਮੈਨ ਫॉर ਗਵਰਨਮੈਂਟ ਆਫ ਸੈਂਟ ਪੀਟਰਸਬਰਗ, ਰਸ਼ੀਆ, which I am taking care of the Middle East region। ਤੇ ਮੇਰਾ ਕੰਮ ਹੈ ਇੱਥੇ ਇਨਵੈਸਟਮੈਂਟਸ to and fro and tourism। so we were 18% up before COVID and after COVID when the war began over there, special military operation, ਤਦ ਵੀ ਅਸੀਂ ਉਹਨੂੰ ਬਹੁਤ ਉੱਪਰ ਲੈ ਕੇ ਗਏ। and I was been given the opportunity to make myself recognized as an honorary doctorate by Ranepa University by the federal government। so they gave me that। ਅੱਜ ਮੈਂ ਇੱਕ touring faculty ਹਾਂ ਉੱਥੇ। I train them for marketing, I train them whenever I'm there। so I've got interns that come over here as well। that's an opportunity for me to share knowledge।
ਸੋ ਤੁਹਾਡੀ ਇਸ ਐਕਸਪਰਟੀਜ਼ ਤੋਂ ਮੈਂ ਥੋੜਾ ਪੰਜਾਬ ਵੱਲ ਧਿਆਨ ਲੈ ਜਾਣਾ ਚਾਹੁੰਦਾ। ਜੀ ਸਾਡੇ ਕੋਲੇ ਦੁਨੀਆ ਦੇ ਬੈਸਟ ਲੈਂਡਸਕੇਪ ਹੈ, ਮੌਸਮ ਨੇ ਸਾਡੇ ਕੋਲ, 에ਅਰਪੋਰਟਸ ਨੇ, ਇਨਵੈਸਟਮੈਂਟ ਕਿਉਂ ਨਹੀਂ ਹੈ? ਇਨਵੈਸਟਮੈਂਟ ਇੱਕ ਛੋਟੀ ਜਿਹੀ ਇੱਕ ਅਸੀਂ ਰਿਸਰਚ ਕੀਤੀ ਸੀ ਐਂਡ ਦਿਸ ਇਜ਼ ਵਿਦ ਡਿਲੋਇਟਸ, ਨਾਟ ਓਵਰ ਹੇਅਰ ਫॉर ਰਸ਼ੀਆ। ਮੇਰੇ ਕੋਲ ਆਈ ਡੂ ਅ ਲੋਟ ਆਫ ਇਨਵੈਸਟਮੈਂਟ ਪੋਰਟਫੋਲੀਓਜ਼ ਵਿਚ ਦਿਸ ਇਜ਼ ਅ ਟੂਰਿੰਗ ਕੈਂਪੇਨ। ਅਸੀਂ ਕੀ ਕਰਦੇ ਹਾਂ, ਇਨਵੈਸਟਰਸ ਨੂੰ ਨਾ ਅਸੀਂ ਅਲੱਗ-ਅਲੱਗ ਕੰਟਰੀਜ਼ ਅੰਦਰ ਲੈ ਕੇ ਜਾਂਦੇ ਹਾਂ ਜੀ। ਸੋ ਦੋਜ਼ ਆਰ ਕਾਲਡ ਦ ਬਿਜ਼ਨਸ ਮਿਸ਼ਨਸ। ਨਾ ਬਿਜ਼ਨਸ ਮਿਸ਼ਨ ਅਸੀਂ ਰਸ਼ੀਆ ਤੋਂ ਇੱਥੇ ਵੀ ਲੈ ਕੇ ਆਏ ਹਾਂ, ਇੱਥੋਂ ਵੀ ਅਸੀਂ ਰਸ਼ੀਆ ਲੈ ਕੇ ਗਏ ਹਾਂ। ਦ ਫਰਸਟ ਥਿੰਗ ਦੈਟ ਦ ਪੀਪਲ ਹੂ ਵਾਂਟਡ ਟੂ ਇਨਵੈਸਟ ਇਨ ਰਸ਼ੀਆ ਵਾਜ਼ ਦੈਟ ਕਿ ਸਾਡਾ ਸਿਕਿਉਰਿਟੀ ਕੀ ਹੈ, ਇਫ ਯੂ ਆਰ ਇਨਵੈਸਟਿੰਗ ਵਿਲ ਆਰ ਮਨੀ ਕਮ ਬੈਕ। It's a country that probably has got a lot of grey areas. On that, the transparency was to get a survey done, a complete audit done कि किस तरीके नाल हो सकता है। Government also had to change its procedures because उत्थे भी इस तरीके की चीज़ें बहुत grey area है। पैसा जांदा है कित्थों आंदा है की नहीं है, it's all about who you know and how you know. India and Punjab is a beautiful place where we can actually bring a lot of investments. I personally got connected to Punjab government, ਜਿਨ੍ਹਾਂ ਦੇ ਨਾਲ ਉਸ ਸਮੇਂ ਦੇ NRI ਮਿਨਿਸਟਰ ਹੁੰਦੇ ਸੀ ਰਾਣਾ ਗੁਰਮੀਤ ਸਿੰਘ ਜੀ। ਰਾਣਾ ਗੁਰਮੀਤ। ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਇਨਵੈਸਟ ਪੰਜਾਬ ਕਰਕੇ ਕੋਈ ਹੈਗੀ ਸੀ ਜਿਹੜੇ 2021 ਦੇ ਅੰਦਰ ਅਸੀਂ ਫੂਡ ਸਿਕਿਉਰਿਟੀ ਉੱਤੇ ਵੀ ਕਾਫੀ ਗੱਲ ਕੀਤੀ। ਬਟ ਵੈਨ ਯੂ ਗੈਟ ਸਟੌਪਡ, when you do not know what is the call to action, then you don't put your credibility over there. The clarity ਹੋਣਾ ਜ਼ਰੂਰੀ ਹੈ। ਇਨਵੈਸਟਮੈਂਟ ਲੈਣਾ ਕੋਈ ਵੱਡੀ ਗੱਲ ਨਹੀਂ, ਬਟ when you get into a transparency mode, ਕੋਈ ਇਨਵੈਸਟਰ ਅਗਰ ਅੱਜ ਮੈਂ ਇੱਥੇ ਆਇਆ ਤਾਂ ਓਨੈਸਟਲੀ ਲਾਈਕ ਦੇयर ਇਜ਼ ਅ ਡਿਫਰੈਂਸ਼ੀਏਸ਼ਨ ਔਨ ਮਾਈਂਡਸੈਟਸ। ਹੁਣ ਮਾਈਂਡਸੈਟ ਦੀ ਗੱਲ ਕਰੀਏ, ਮੈਂ ਜਦੋਂ ਇੰਡੀਆ ਗੱਡੀ ਚਲਾਉਂਦਾ ਸੀ ਮੇਰਾ ਮਾਈਂਡਸੈਟ ਹੈਗਾ ਸੀ ਕਿ ਇੰਡੀਆ ਦੀ ਤਰੀਕੇ ਨਾਲ ਗੱਡੀ ਅਸੀਂ ਚਲਾਉਂਦੇ ਹਾਂ। ਅੱਜ ਮੈਂ ਜਦੋਂ ਉੱਥੇ ਆ ਕੇ ਗੱਡੀ ਚਲਾਉਣਾ, ਵੀ ਨੋ ਦੈਟ ਵੀ ਹੈਵ ਟੂ ਫੋਲੋ ਅ ਲੇਨ। ਹੁਣ ਮੈਂ ਵਾਪਸ ਇੰਡੀਆ ਜਾਵਾਂ ਨਾ, ਮੈਂ ਗੱਡੀ ਨਹੀਂ ਚਲਾ ਸਕਦਾ, ਆਈ ਕਾਂਟ, ਬਿਕੋਜ਼ ਦੈਟਸ ਅ ਵੀਡੀਓ ਗੇਮ ਓਵਰ ਦੇयर। ਅਤੇ ਇਹ ਮਾਈਂਡਸੈਟ ਹੋਣਾ ਕਿ ਇੱਥੋਂ ਕੋਈ ਬੰਦਾ ਵਾਪਸ ਆਏਗਾ, ਉਹਨਾਂ ਦਾ ਮਾਈਂਡਸੈਟ ਹੈਗਾ ਕਿ ਇਟਸ ਸਟ੍ਰੇਟ ਲੇਨਸ ਐਂਡ ਟਰਾਂਸਪੇਰੈਂਸੀ। ਇਨਵੈਸਟਮੈਂਟ ਕੋਈ ਵੀ ਕਰੇਗਾ ਉਹਨੂੰ ਇਸ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਕਿ ਮੇਰਾ ਪੈਸਾ ਰਿਟਰਨ ਆਫ ਇਨਵੈਸਟਮੈਂਟ ਕੀ ਹੈ ਅਤੇ ਮੇਰਾ ਪੈਸਾ ਸੇਫ ਹੈਗਾ। ਸੋ ਵੈਨ ਯੂ ਹੈਵ ਦੈਟ ਕਲੈਰਿਟੀ, ਗੈਟਿੰਗ ਇਨਵੈਸਟਮੈਂਟਸ ਇਜ਼ ਨਾਟ ਅ ਪ੍ਰੋਬਲਮ। ਸੋ ਇਹ ਕਲੈਰਿਟੀ ਦੁਬਈ 'ਚ ਹੈ ਕਿ ਅੱਜ ਪੂਰੀ ਦੁਨੀਆ ਇੱਥੇ ਆ ਕੇ ਇਨਵੈਸਟ ਕਰ ਰਹੀ ਹੈ। ਤੁਸੀਂ ਦੇਖੋ ਉਹ ਮਾਰਕੀਟ ਵੀ ਕਰ ਰਹੇ ਨੇ, ਦੇ ਆਰ ਕ੍ਰੀਏਟਿੰਗ ਦੈਮਸੈਲਵਸ ਔਨ ਅ ਲੈਵਲ। ਜਦ ਤੁਸੀਂ ਐਗਜ਼ਾਮਪਲਸ ਕ੍ਰੀਏਟ ਕੀਤੇ ਜਾ ਰਹੇ ਨੇ, ਕੋਈ ਵੀ ਕੰਪਨੀ ਇੱਥੇ ਅਗਰ ਆ ਰਹੀ ਹੈ ਅੱਜ, ਵਾਈ ਆਲ ਦ ਬਿਗੇਸਟ ਆਫ ਦੀ ਕਾਰਪੋਰੇਟਸ ਆਰ ਮੇਕਿੰਗ ਦੇयर ਹੈਡਕੁਆਰਟਰਸ ਇਨ ਦੁਬਈ? It's the credibility that has been created. It's the transparency that has been created. Apart from that, they have been marketing no taxes and everything else, which is a added benefit. Absolutely. But पता है कि अगर taxes होंगे भी तो की है, VAT है, we need to make that kind of a model जो अगर तुसी foreign investment ਨੂੰ ਅਗਰ ਤੁਸੀਂ ਲਿਆਉਣਾ ਚਾਹੁੰਦੇ ਹੋ ਤੇ ਸੋਸ਼ਲ ਸਿਕਿਉਰਿਟੀ ਵੀ ਇੱਕ ਵੱਡਾ ਫੈਕਟਰ ਮੰਨਦੇ ਹੋ? ਸੋਸ਼ਲ ਸਿਕਿਉਰਿਟੀ, ਕ੍ਰਾਈਮ ਨਹੀਂ ਹੈ ਔਰ ਰਾਤ ਦੇ 12 ਵਜੇ ਵੀ ਔਰਤਾਂ ਜੇ ਸੜਕ ਤੇ ਜਾ ਰਹੀਆਂ ਤਾਂ ਐਟਲੀਸਟ ਇੱਕ ਸਿਕਿਉਰਿਟੀ ਹੈ ਕਿ ਸਾਨੂੰ ਕੋਈ ਡਰ ਨਹੀਂ ਹੈ। a million times, because if you think that ਅਗਰ ਸੇਫਟੀ ਸਿਕਿਉਰਿਟੀ ਗੱਲ ਅਸੀਂ ਪੈਸੇ ਦੀਆਂ ਫੰਡਿੰਗ ਦੀ ਗੱਲ ਕਰਦੇ ਹਾਂ ਤੇ ਔਨ ਲਿਵਿੰਗ ਸਟੈਂਡਰਡਸ ਐਂਡ ਔਨ ਅ ਸੋਸ਼ਲ ਸਿਕਿਉਰਿਟੀ ਦਿਸ ਇਜ਼ ਅ ਬਿਗ ਥਿੰਗ। ਅੱਜ ਅਗਰ ਕੋਈ ਇੱਥੇ ਆਂਦਾ ਹੈ ਕਿਸੇ ਚੀਜ਼ ਬਾਰੇ, ਅਗਰ ਤੁਸੀਂ ਸਹੀ ਰਾਹ 'ਤੇ ਹੋ ਤੇ ਤੁਹਾਨੂੰ ਕੋਈ ਕੁਐਸਚਨ ਕਿਉਂ ਕਰੇਗਾ? ਐਂਡ ਦਿਸ ਇਜ਼ ਐਨ ਓਪਨ ਕਲਚਰ। ਤੁਸੀਂ ਅੱਜ ਅਗਰ 3 ਵਜੇ 4 ਵਜੇ, ਮੈਂ ਵਰਲਡ ਦੇ ਅੰਦਰ ਕਿੰਨੀ ਜਗ੍ਹਾ 'ਤੇ ਗਿਆ, how many places that you will find a secluded area, a single woman walking past and they are safe? This is one of the places. ਜੀ ਗਲੋਬਲ 6 ਨੂੰ ਲੈ ਕੇ ਕੀ ਵਿਜ਼ਨ ਹੈ? ਤੁਸੀਂ ਕੱਲ ਲਾਂਚਿੰਗ ਕੀਤੀ, ਅਮਰਪ੍ਰੀਤ ਸਿੰਘ ਹੋਣਾ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ 'ਚ ਵੀ ਡਿਸਕਸ ਕਰ ਰਹੇ ਸੀਗੇ, ਜ਼ਿਕਰ ਕੀਤਾ ਕਿ ਐਮਪਾਵਰ ਕਰਨਾ ਹੈ। ਕਿਸ ਤਰ੍ਹਾਂ ਐਮਪਾਵਰ ਕਰਨਾ ਚਾਹੁੰਦੇ ਹੋ ਔਰ ਇੱਥੇ UAE ਦੇ ਵਿੱਚ ਖਾਸ ਤੌਰ ਤੇ ਕੀ ਵਿਜ਼ਨ ਹੈ ਤੁਹਾਡਾ? ਐਮਪਾਵਰ ਅੱਜ UAE ਦੇ ਅੰਦਰ ਕਾਫੀ ਵਰਕਰਸ ਆ ਰਹੇ ਨੇ ਫਰੋਮ ਇੰਡੀਆ, ਪੰਜਾਬ ਤੋਂ ਬਹੁਤ ਲੋਕ ਆਉਂਦੇ ਨੇ। ਬਟ ਅਗਰ ਉਹਨਾਂ ਨੂੰ ਇੱਕ ਚੀਜ਼ ਬਾਰੇ ਅਪਸਕਿਲ ਕੀਤਾ ਜਾਏ, ਉਹਨਾਂ ਨੂੰ ਐਮਪਾਵਰ ਕੀਤਾ ਜਾਏ, ਉਹਨਾਂ ਨੂੰ ਐਜੂਕੇਟ ਕੀਤਾ ਜਾਏ, ਇਟਸ ਅ ਬੈਟਰ ਓਪਰਚੁਨਿਟੀ ਫॉर ਆਵਰ ਕਲਾਇੰਟ ਟੂ ਕਮ ਓਵਰ ਹੇਅਰ ਐਂਡ ਸਕਸੀਡ। ਅੱਜ ਅਗਰ ਮੈਂ ਦੇਖਦਾ ਕਿ ਲੋਕ ਜਦੋਂ ਇੱਥੇ ਆਉਂਦੇ ਨੇ ਉਹਨਾਂ ਦੀ ਨੌਲੇਜ ਬਹੁਤ ਘੱਟ ਹੁੰਦੀ ਹੈ, ਕਿਉਂਕਿ ਇੱਕ ਮਾਈਂਡਸੈਟ ਤੋਂ ਆਉਂਦੇ ਨੇ। ਜਿੱਦਾਂ ਮੈਂ ਗੱਡੀ ਦਾ ਐਗਜ਼ਾਮਪਲ ਦਿੱਤਾ ਕਿ ਉੱਥੇ ਗੱਡੀ ਕਿੱਦਾਂ ਚਲਾਉਂਦੇ ਨੇ, ਇੱਥੇ ਗੱਡੀ ਕਿੱਦਾਂ ਚਲਾਉਂਦੇ ਨੇ। ਦ ਐਗਜ਼ਾਮਪਲ ਇਜ਼ ਕਿ ਤੁਸੀਂ ਇੱਕ ਕੰਮ ਕਰਨ ਦਾ ਤਰੀਕਾ ਉੱਥੇ ਜੋ ਜਾਣਦੇ ਹੋ, ਅਗਰ ਤੁਸੀਂ ਇਸ ਤਰੀਕੇ ਨੂੰ ਸਮਝ ਸਕਦੇ ਹੋ, ਵਿਚ ਇਜ਼ ਟੂ ਡੂ ਵਿਦ ਅਪਸਕਿਲਿੰਗ ਯੋਰਸੈਲਫ, ਵਾਟ ਆਰ ਦ ਕਾਈਂਡ ਆਫ ਡੂਜ਼ ਐਂਡ ਡੋਨਟਸ। ਸਿੰਪਲ ਜੀ ਗੱਲ ਦੱਸਣਾ ਕਿ ਇੱਕ ਕਾਰਪੈਂਟਰ ਹੈ, ਤੁਸੀਂ ਇੰਡੀਆ ਦਾ ਕਾਰਪੈਂਟਰੀ ਜਦੋਂ ਕਰਦੇ ਹੋ ਤੇ ਆਰਾ ਵੱਡਿਆ ਸਭ ਕੁਝ ਹੋਇਆ, ਕੰਮ ਹੋ ਗਿਆ, ਕੰਮ ਤੇ ਕੰਮ ਹੈ। ਲੇਕਿਨ ਇੱਥੇ ਹੈਲਥ ਐਂਡ ਸੇਫਟੀ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਹੈਲਥ ਐਂਡ ਸੇਫਟੀ ਨੋਰਮਸ ਅਗਰ ਪਤਾ ਹੈ ਤੇ ਤੁਹਾਡਾ ਇੱਕਦਮ ਐਲੀਵੇਸ਼ਨ ਹੋ ਜਾਂਦਾ ਹੈ। ਦਿਸ ਇਜ਼ ਕਾਲਡ ਅਪਸਕਿਲਿੰਗ, ਦਿਸ ਇਜ਼ ਮੇਕਿੰਗ ਸ਼ੋਰ that probably somebody is empowered. So that's my vision, and with Global Seeks joining hands and working together for so many other causes, one of the things is empowering. Empower करोगे ते लोग एक
ਚੈਰਿਟੀ ਐਂਗਲ ਨਹੀਂ ਦੇਖਣਗੇ, ਕੰਫਰਟ ਜ਼ੋਨ ਦੇ ਅੰਦਰ ਨਹੀਂ ਰੱਖਣਾ। ਯੂ ਹੈਵ ਟੂ ਐਮਪਾਵਰ them, then give them a call to action, give them a platform to perform. That is important, and I think ਇਨੀਸ਼ੀਏਟਿਵ ਜਿਹੜਾ ਹੁੰਦਾ ਹੈ ਸਟਾਰਟਿੰਗ ਪੁਆਇੰਟ ਬਹੁਤ ਇੰਪੋਰਟੈਂਟ ਹੁੰਦਾ ਹੈ। ਸਟਾਰਟਿੰਗ ਪੁਆਇੰਟ ਤੋਂ ਨਾਲ ਜਿੰਨੇ ਲੋਕ ਜੁੜਨਗੇ, ਜਿੰਨੇ ਲੋਕ ਇਸ ਚੀਜ਼ ਬਾਰੇ ਦੇਖਣਗੇ, ਵੀ ਵਿਲ ਕ੍ਰੀਏਟ ਦੋਜ਼ ਐਗਜ਼ਾਮਪਲਸ ਜਿੱਦੇ ਲੋਕ ਟਰਸਟ ਬਿਲਡ ਹੋਣਾ ਸ਼ੁਰੂ ਹੋਏ। ਜਦੋਂ ਟਰਸਟ ਬਿਲਡ ਹੋਏਗਾ ਕਿ ਯਾਰ ਮੈਂ ਟਾਈਮ ਵੇਸਟ ਨਹੀਂ ਕਰ ਰਿਹਾ, ਜਾਂ ਮੇਰਾ ਅਗਰ ਮੈਂ ਕੋਈ ਚੀਜ਼ ਕਰ ਰਿਹਾ ਇਹਦੇ ਨਾਲ ਮੇਰੀ ਅੱਗੇ ਦਾ ਮੁਸਤਕਬਲ ਬਣਦਾ ਹੈ, ਅੱਗੇ ਦਾ ਮੇਰਾ ਫਿਊਚਰ ਬਣਦਾ ਹੈ, ਪੀਪਲ ਵਿਲ ਕਨੈਕਟ। ਤੁਹਾਨੂੰ ਲੱਗਦਾ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀਗਾ ਕਿ ਇੱਕ ਬੌਧਿਕ ਜੈਨੋਸਾਈਡ ਦੇ ਵੱਲ ਅਸੀਂ ਵੱਧ ਰਹੇ ਹਾਂ। ਜੀ। ਫਿਜ਼ੀਕਲ ਜੈਨੋਸਾਈਡ 84 ਵਾਲਾ ਉਹ ਤੁਸੀਂ ਹੰਡਾਇਆ, ਪਰਿਵਾਰਕ ਤੌਰ ਤੇ ਦੇਖਿਆ ਹੈ। ਜੀ। ਅੱਜ ਅਸੀਂ ਉਸ ਦੌਰ 'ਚ ਆ ਜਿੱਥੇ ਫਾਈਨੈਂਸ਼ੀਅਲੀ ਤੇ ਇੰਟੈਲੈਕਚੁਅਲੀ ਸਾਨੂੰ ਮਾਰਿਆ ਜਾ ਰਿਹਾ। ਜੀ। ਇਹਦੇ ਤੋਂ ਕੱਢਣ ਦੇ ਲਈ ਕੀ ਦੁਨੀਆ ਭਰ ਦੇ ਸਿੱਖ ਜਿਹੜੇ ਨੇ, ਜਿਹੜੇ ਇਸ ਗੱਲ ਨੂੰ ਸਮਝ ਰਹੇ ਆ ਇੰਟੈਲੈਕਚੁਅਲੀ, ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੁਹਾਡੇ ਵਰਗੇ ਲੋਕਾਂ ਨੂੰ? ਮੈਂ ਅੱਜ ਇਹ ਗੱਲ 5-6 ਸਾਲ ਤੋਂ ਕਹਿ ਰਿਹਾ, ਬਿਕੋਜ਼ ਅੱਜ ਇੰਡੀਵਿਜੂਅਲਿਜ਼ਮ ਜਿਹੜਾ ਹੈਗਾ ਦੈਟ ਇਜ਼ ਕਿਲਿੰਗ ਵਾਟ ਵੀ ਡੂ। ਅੱਜ ਅਸੀਂ ਸਭ ਵਾਸਤੇ ਖੜੇ ਹਾਂ, ਕੀ ਅਸੀਂ ਆਪਣੇ ਵਾਸਤੇ ਖੜੇ ਹਾਂ, ਆਪਣੀ ਕੌਮ ਵਾਸਤੇ ਖੜੇ ਹਾਂ। ਆਰ ਵੀ ਟਰਾਈਂਗ ਟੂ ਡੂ ਐਨੀਥਿੰਗ ਟੂ ਡੂ ਵਿਦ ਦ ਪੰਜਾਬ ਵੇਅਰ ਵੀ ਆਲ ਕਮ ਫਰੋਮ? ਉਹਦੇ ਵਾਸਤੇ ਕਲੈਕਟਿਵ ਐਫਰਟ ਜ਼ਰੂਰੀ ਹੈ। ਇੱਕ ਛੋਟਾ ਜਿਹਾ ਸਾਡੇ ਕੈਂਸਰਸ ਇੱਕ ਫੀਚਰ ਹੈ ਸਾਡੀ ਇਨਬਿਲਟ, ਉਹ ਹੈ ਕਿ ਲੀਡਰਸ਼ਿਪ। ਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਮੈਂ ਜਿਹੜੇ ਜਿੱਥੇ ਮੈਂ ਆ ਜਾਂਦੀ, ਜੋ ਸਾਡੀ ਲਾਈਕ ਸੱਭਿਅਤਾ ਦੇ ਅੰਦਰ ਵੀ ਨਹੀਂ ਹੈਗੀ, ਬਟ ਲੇਕਿਨ ਦੈਟ ਕਿਲਸ ਅ ਲੋਟ ਆਫ ਥਿੰਗਸ। ਕਿ ਹਰ ਕੋਈ ਬੰਦਾ ਸੋਚਦਾ ਕਿ ਮੈਂ ਹੀ ਕਰਾਂ ਜਾਂ ਮੈਂ ਹੀ ਕਰ ਸਕਦਾ, ਉਹ ਇੰਡੀਵਿਜੂਅਲਿਜ਼ਮ ਹੋ ਜਾਂਦਾ। ਕਲੈਕਟਿਵਲੀ ਕੋਲੈਬੋਰੇਟਿਵ ਹੋਣਾ, ਕੋਲੈਬੋਰੇਸ਼ਨ ਇਜ਼ ਦੀ ਓਨਲੀ ਵੇ। ਐਂਡ ਕੋਲੈਬੋਰੇਸ਼ਨ ਕਿਸ ਤਰੀਕੇ ਨਾਲ ਹੋ ਸਕਦਾ ਹੈ? ਜੇ ਲਾਈਕ ਮਾਈਂਡਡ ਕਾਮਨ ਮਿਨੀਮਮ ਪ੍ਰੋਗਰਾਮ ਹੋਏ, ਇੱਕ ਏਜੰਡਾ ਦੇ ਨਾਲ ਤੁਹਾਡਾ ਇੱਕ GPRS ਹੈਗਾ, ਨਾਲ ਯੂ ਹੈਵ KPIs ਕਿ ਅਸੀਂ ਇਸ ਸਟੇਜ ਤੱਕ ਇਹ ਕਰਨਾ ਹੈ। ਅਗਰ ਇਸ ਸਟੇਜ ਤੇ ਅਗਰ ਅਸੀਂ ਇਹ ਨਹੀਂ ਕਰ ਸਕਦੇ ਹਾਂ, ਵਾਟ ਇਜ਼ ਅ ਸੈਕਸ਼ਨ ਦੈਟ ਪ੍ਰੋਬਬਲੀ ਵੀ ਕੈਨ, ਹਾਊ ਡੂ ਵੀ ਕਵਰ ਅਪ? ਉਹ ਐਲੀਮੀਨੇਟ ਕਰਨ ਵਾਸਤੇ ਵਿਦ ਇਨ ਅ ਡੇ ਨਹੀਂ ਹੋਣਾ। ਐਵਰੀਬਡੀ ਹੈਜ਼ ਟੂ ਜੁਆਇਨ ਹੈਂਡਸ ਟੂਗੈਦਰ, ਕਾਮਨ ਕਾਜ਼। ਲੇਕਿਨ ਉਹ ਸਮਝਾਉਣਾ, ਉਹ ਪਲੇਟਫਾਰਮ ਕ੍ਰੀਏਟ ਕਰਨਾ, ਇਟਸ ਇੰਪੋਰਟੈਂਟ, ਐਂਡ ਆਈ ਥਿੰਕ ਗਲੋਬਲ ਸਿਕਸ ਹੈਜ਼ ਗॉट दैट। ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ, ਸਮਾਂ ਦਿੱਤਾ, ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਇਨਵੈਸਟਮੈਂਟਸ ਆਉਣ। ਔਰ ਅਸੀਂ ਇੱਥੇ ਤਾਂ ਤੁਸੀਂ ਬੈਠੇ ਹੋ, ਅਸੀਂ ਤੁਹਾਡੇ ਲਈ ਪ੍ਰੇ ਕਰਦੇ ਰਹੀਏ, ਪਰ ਜਿੰਨੇ ਪੰਜਾਬ 'ਚ ਵਸਦੇ ਹੋ, ਤੁਹਾਡੇ ਤੋਂ, ਤੁਹਾਡੇ ਵਰਗੇ ਹੋਰ ਡਿਗਨਿਟਰੀਜ਼ ਤੋਂ ਇੱਕ ਐਗਜ਼ਾਮਪਲ ਲੈ ਕੇ ਸਿੱਖ ਕੇ ਅੱਗੇ ਵਧਣ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ, ਤੁਸੀਂ ਗੱਲ ਕੀਤੀ ਮੇਰੇ ਨਾਲ। ਬਾਕੀ ਮੈਂ ਇੱਕ ਸੇਵਾਦਾਰ ਦੇ ਤੌਰ ਤੇ ਮੈਂ ਹਮੇਸ਼ਾ ਹਾਜ਼ਰ ਹਾਂ। ਮੈਨੂੰ ਸਿਰਫ ਇੱਕ ਓਪਰਚੁਨਿਟੀ ਲੱਭੇ, ਮੈਨੂੰ ਇੱਕ ਅੰਦਰ ਆਉਣ ਦਾ ਰਾਹ ਲੱਭੇਗਾ, ਇਨਵੈਸਟਮੈਂਟਸ ਅਸੀਂ ਪੰਜਾਬ ਵਾਸਤੇ ਜ਼ਰੂਰ ਲੈ ਕੇ ਆਵਾਂਗੇ। ਦੈਟਸ ਮਾਈ ਮਿਸ਼ਨ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।